ਮੇਰਾ ਨਾਮ ਸੁਨੇਹਾ ਹੈ। ਮੇਰਾ ਜਨਮ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ ਜਿੱਥੇ ਹਰ ਕੋਈ ਮੈਨੂੰ ਬਹੁਤ ਪਿਆਰ ਕਰਦਾ ਸੀ। ਸ਼ਾਇਦ ਮੇਰੇ ਜਨਮ ਨਾਲ ਹੀ ਮੇਰੇ ਪਰਿਵਾਰ ਦੀ ਕਿਸਮਤ ਬਦਲ ਗਈ ਸੀ। ਮੇਰਾ ਜਨਮ 3 ਭਰਾਵਾਂ ਤੋਂ ਬਾਅਦ ਹੋਇਆ ਸੀ। ਮੇਰੇ ਮਾਤਾ ਪਿਤਾ ਵੀ ਮੈਨੂੰ ਬਹੁਤ ਪਿਆਰ ਕਰਦੇ ਸਨ। ਕਿਹਾ ਜਾਂਦਾ ਹੈ ਕਿ 3 ਭਰਾਵਾਂ ਬਾਅਦੋਂ ਜਦੋਂ ਇੱਕ ਭੈਣ ਹੁੰਦੀ ਹੈ, ਖੁਦ ਕਿਸਮਤ ਹੁੰਦੀ ਹੈ। ਇਸੇ ਲਈ ਮੇਰੇ ਪਰਿਵਾਰ ਵਾਲੇ ਵੀ ਸੋਚਦੇ ਸਨ ਕਿ ਮੇਰੇ ਆਉਣ ਤੋਂ ਬਾਅਦ ਮੇਰੀ ਅਤੇ ਮੇਰੇ ਪਰਿਵਾਰ ਦੀ ਕਿਸਮਤ ਬਦਲ ਗਈ ਹੈ। ਮੈਂ ਤੁਹਾਡੇ ਸਾਰਿਆਂ ਦੇ ਨਾਲ ਆਪਣੀ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ। ਜਦੋਂ ਮੈਂ ਲੰਬੇ ਸਮੇਂ ਤੋਂ ਆਪਣੇ ਕਮਰੇ ਵਿੱਚ ਘੁੰਮ ਰਹੀ ਸੀ, ਮੇਰੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਸੀ। ਇਹ ਦਰਦ ਲੰਬੇ ਸਮੇਂ ਤੋਂ ਲਗਾਤਾਰ ਹੋ ਰਿਹਾ ਸੀ। ਪਹਿਲਾਂ ਇਹ ਸਹਿਣਯੋਗ ਸੀ, ਪਰ ਹੁਣ ਮੇਰੇ ਅੰਦਰ ਇਹ ਦਰਦ ਸਹਿਣ ਦੀ ਹਿੰਮਤ ਨਹੀਂ ਸੀ ਅਤੇ ਹੁਣ ਮੈਨੂੰ ਸਮਝ ਵੀ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ ਹੈ। ਮੇਰਾ ਪਤੀ ਉਮੇਸ਼ ਆਪਣੀ ਨੌਕਰੀ ਦੇ ਸਿਲਸਿਲੇ ਵਿੱਚ ਅਮਰੀਕਾ ਰਹਿੰਦਾ ਸੀ ਅਤੇ ਇੱਥੇ ਮੈਨੂੰ ਸਾਰਾ ਕੰਮ ਦੇਖਣਾ ਪੈਂਦਾ ਸੀ। ਘਰ ਦੇ ਬਾਹਰ ਵੀ, ਘਰ ਦੇ ਅੰਦਰ ਵੀ। ਇੱਥੇ ਵੀ ਮੈਨੂੰ ਇਕੱਲਾ ਹੀ ਆਉਣਾ ਪਿਆ ਅਤੇ ਇਹ ਗੱਲ ਮੈਨੂੰ ਹੋਰ ਵੀ ਪਰੇਸ਼ਾਨ ਕਰ ਰਹੀ ਸੀ। ਕੋਈ ਹੋਵੇ ਜਿਸ ਨਾਲ ਮੈਂ ਆਪਣਾ ਦਰਦ ਸਾਂਝਾ ਕਰ ਸਕਾਂ, ਪਰ ਮੇਰੇ ਸਾਰੇ ਸਹੁਰੇ ਵੀ ਕਿਸੇ ਹੋਰ ਸ਼ਹਿਰ ਵਿੱਚ ਸਨ ਅਤੇ ਮੇਰੇ ਮਾਪੇ ਵੀ ਕਿਸੇ ਹੋਰ ਸ਼ਹਿਰ ਵਿੱਚ। ਮੇਰੇ ਪਤੀ ਨੇ ਬੜੇ ਚਾਅ ਨਾਲ ਘਰ ਬਣਾਇਆ ਸੀ ਕਿ ਮੈਂ ਇੱਥੇ ਸ਼ਾਂਤ ਮਾਹੌਲ ਵਿੱਚ ਰਹਾਂਗੀ, ਪਰ ਉਹ ਆਪ ਅਮਰੀਕਾ ਚਲਾ ਗਿਆ ਤੇ ਮੈਨੂੰ ਇੱਥੇ ਇਕੱਲਾ ਛੱਡ ਗਿਆ। ਥੋੜੀ ਦੇਰ ਵਿੱਚ ਨਰਸ ਨੇ ਮਿਸਿਜ਼ ਨੇਹਾ ਕਹਿ ਕੇ ਬੁਲਾਇਆ। ਇਹ ਸੁਣ ਕੇ ਮੈਂ ਡਾਕਟਰ ਦੇ ਕੈਬਨ ਵੱਲ ਜਾਣ ਲੱਗੀ, ਜਿੱਥੇ ਡਾਕਟਰ ਪ੍ਰਭਾਵਕਰ ਦਾ ਕੈਬਨ ਸੀ। ਉਹ ਅਲਟਰਾਸਾਊਂਡ ਕਰਦਾ ਸੀ ਅਤੇ ਡਾਕਟਰ ਉਮਾ ਦੇ ਸਾਰੇ ਮਰੀਜ਼ਾਂ ਦਾ ਅਲਟਰਾਸਾਊਂਡ ਉਹੀ ਕਰਦਾ ਸੀ। ਡਾਕਟਰ ਉਮਾ ਨੂੰ ਸਿਰਫ ਡਾਕਟਰ ਪ੍ਰਭਾਵਕਰ ਦੀ ਰਿਪੋਰਟ ਤੇ ਹੀ ਭਰੋਸਾ ਸੀ। ਮੈਂ ਬੜੀ ਮੁਸ਼ਕਲ ਨਾਲ ਅੰਦਰ ਗਈ। ਡਾਕਟਰ ਰਿਪੋਰਟ ਤਿਆਰ ਕਰਨ ਵਿੱਚ ਰੁੱਝਿਆ ਹੋਇਆ ਸੀ। ਉਸਨੇ ਮੈਨੂੰ ਬੈੱਡ ਤੇ ਲੇਟਣ ਦਾ ਇਸ਼ਾਰਾ ਕੀਤਾ ਅਤੇ ਆਪਣਾ ਕੰਮ ਕਰਨ ਲੱਗ ਪਿਆ। ਮੈਂ ਪਰਦਾ ਬਰਾਬਰ ਕਰ ਲਿਆ ਅਤੇ ਆਪ ਬੈੱਡ ਤੇ ਲੇਟ ਗਈ, ਜਿੱਥੇ ਔਰਤਾਂ ਲਈ ਚਾਦਰ ਰੱਖੀ ਹੋਈ ਸੀ। ਮੈਂ ਚਾਦਰ ਉੱਪਰ ਲੈ ਲਈ। 5 ਮਿੰਟ ਬਾਅਦ ਡਾਕਟਰ ਦੀ ਆਵਾਜ਼ ਆਈ, ਮੈਂ ਆ ਜਾਵਾਂ ਮਿਸਿਜ਼ ਨੇਹਾ? ਉਸਨੇ ਪਰਦੇ ਦੇ ਪਿੱਛੇ ਤੋਂ ਪੁੱਛਿਆ। ਮੈਂ ਕਿਹਾ, ਆ ਜਾਓ ਡਾਕਟਰ ਸਾਹਿਬ, ਮੈਂ ਹੌਲੀ ਜਿਹੀ ਜਵਾਬ ਦਿੱਤਾ। ਜਿਵੇਂ ਹੀ ਡਾਕਟਰ ਆਇਆ ਤਾਂ ਉਹ ਮਸ਼ੀਨ ਦੀ ਕੁਝ ਸੈਟਿੰਗ ਕਰਨ ਤੋਂ ਬਾਅਦ ਮੇਰੇ ਵੱਲ ਧਿਆਨ ਦਿੱਤਾ ਤੇ ਮੇਰਾ ਅਲਟਰਾਸਾਊਂਡ ਕਰਨ ਦੇ ਨਾਲ ਉਹ ਮੈਨੂੰ ਕੁਝ ਸਵਾਲ ਪੁੱਛਦਾ ਰਿਹਾ, ਪਰ ਮੈਂ ਦੇਖਿਆ ਕਿ ਅਚਾਨਕ ਉਸਦੇ ਚਿਹਰੇ ਦਾ ਰੰਗ ਕੁਝ ਅਜੀਬ ਜਿਹਾ ਹੋ ਗਿਆ। ਹੁਣ ਉਹ ਮੇਰੇ ਸਵਾਲਾਂ ਦੇ ਜਵਾਬ ਵਿੱਚ ਸਿਰਫ ਹਾਂ ਵਿੱਚ ਦੇ ਰਿਹਾ ਸੀ ਕਿ ਉਸ ਦਾ ਚਿਹਰਾ ਦੇਖ ਕੇ ਮੈਨੂੰ ਕੁਝ ਗੜਬੜ ਹੋਣ ਦੀ ਸੰਭਾਵਨਾ ਮਹਿਸੂਸ ਹੋ ਰਹੀ ਸੀ। ਮੈਂ ਕਾਫੀ ਘਬਰਾ ਗਈ ਸੀ। ਮੈਂ ਘਬਰਾ ਕੇ ਪੁੱਛਿਆ, ਕੀ ਹੋਇਆ ਡਾਕਟਰ ਸਾਹਿਬ? ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਕਹਿਣ ਲੱਗੇ, ਇਹ ਕੰਮ ਕਰੋ, ਕੱਲ ਨੂੰ ਮੇਰੇ ਕਲੀਨਿਕ ਤੇ ਆ ਜਾਣਾ। ਇਹ ਇੱਥੋਂ ਥੋੜਾ ਦੂਰ ਹੀ ਹੈ। ਇੱਥੇ ਤਾਂ ਮੈਂ ਡਾਕਟਰ ਉਮਾ ਦੇ ਕਹਿਣ ਤੇ ਹੀ ਆਉਂਦਾ ਹਾਂ। ਮੈਂ ਤੁਹਾਡੇ ਨਾਲ ਉੱਥੇ ਹੀ ਆਰਾਮ ਨਾਲ ਗੱਲ ਕਰਾਂਗਾ। ਹੁਣ ਤੁਸੀਂ ਘਰ ਚਲੇ ਜਾਓ। ਡਾਕਟਰ ਰਿਪੋਰਟ ਬਣਾਉਣ ਵਿੱਚ ਰੁੱਝ ਗਿਆ ਅਤੇ ਉਸਨੇ ਇੱਕ ਵਾਰ ਫਿਰ ਮੇਰੇ ਵੱਲ ਵੇਖਿਆ ਅਤੇ ਫਿਰ ਮੂੰਹ ਮੋੜ ਲਿਆ। ਮੈਂ ਕਿਹਾ, ਪਰ ਡਾਕਟਰ ਸਾਹਿਬ, ਮੈਨੂੰ ਬਹੁਤ ਤਕਲੀਫ ਆ ਰਹੀ ਹੈ। ਮੈਂ ਕਿੰਨਾ ਚਿਰ ਬਰਦਾਸ਼ਤ ਕਰ ਸਕਦੀ ਹਾਂ? ਮੈਂ ਥੋੜਾ ਜਿਹਾ ਗੁੱਸੇ ਵਿੱਚ ਆ ਕੇ ਕਿਹਾ ਤਾਂ ਉਹ ਕਹਿਣ ਲੱਗਾ ਕਿ ਮੈਂ ਡਾਕਟਰ ਨੂੰ ਦੱਸ ਦੇਵਾਂਗਾ। ਉਹ ਅੱਜ ਤੁਹਾਨੂੰ ਕੋਈ ਦਵਾਈ ਦੇ ਦੇਣਗੇ। ਹੁਣ ਤੁਸੀਂ ਜਾਓ। ਅਤੇ ਮੈਂ ਸ਼ਰਮਿੰਦਾ ਹੁੰਦੀ ਬਾਹਰ ਆ ਗਈ। ਮੈਨੂੰ ਕੁਝ ਸਮਝ ਨਹੀਂ ਆਇਆ ਕਿ ਇਹ ਕੀ ਸੀ। ਕੁਝ ਦੱਸਿਆ ਵੀ ਨਹੀਂ ਤੇ ਉੱਪਰੋਂ ਆਪਣੀ ਕਲੀਨਿਕ ਆਉਣ ਲਈ ਕਿਹਾ। ਬਾਹਰ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਡਾਕਟਰ ਉਮਾ ਦਾ ਕੋਈ ਐਮਰਜੈਂਸੀ ਕੇਸ ਸੀ, ਇਸ ਲਈ ਉਹਨਾਂ ਨੂੰ ਜਾਣਾ ਪਿਆ ਅਤੇ ਉਹ ਕੇਸ ਪੂਰਾ ਕਰਕੇ ਹੀ ਵਾਪਸ ਆਉਣਗੇ। ਅਕਸਰ ਅਜਿਹਾ ਹੁੰਦਾ ਸੀ ਕਿ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਸੀ, ਪਰ ਅੱਜ ਮੈਂ ਬਿਲਕੁਲ ਇੰਤਜ਼ਾਰ ਨਹੀਂ ਕਰ ਸਕਦੀ ਸੀ। ਮੈਂ ਨਰਸ ਨੂੰ ਕਿਹਾ ਕਿ ਮੇਰੀ ਦਰਦ ਨਾਲ ਬੁਰੀ ਹਾਲਤ ਹੈ, ਕਿਰਪਾ ਕਰਕੇ ਮੈਨੂੰ ਕੋਈ ਦਵਾਈ ਦਿਓ। ਫਿਰ ਉਸਨੇ ਡਾਕਟਰ ਨਾਲ ਫੋਨ ਤੇ ਗੱਲ ਕੀਤੀ। ਫਿਲਹਾਲ ਮੈਨੂੰ ਕੁਝ ਦਵਾਈ ਦਿੱਤੀ ਅਤੇ ਮੈਂ ਉੱਥੇ ਬੈਠ ਗਈ। ਪਾਣੀ ਦੀ ਬੋਤਲ ਲੈ ਕੇ ਉਹਨਾਂ ਗੋਲੀਆਂ ਨੂੰ ਲੈ ਲਿਆ ਤਾਂ ਕਿ ਦਰਦ ਵਿੱਚ ਕੁਝ ਫਰਕ ਪੈ ਜਾਵੇ। ਘਰ ਵਾਪਸ ਆ ਕੇ ਮੈਂ ਬਹੁਤ ਰੋਈ ਕਿ ਮੇਰੀ ਇਹ ਜ਼ਿੰਦਗੀ ਕੀ ਹੈ। ਇਕੱਲੇ ਜੀਓ, ਇਕੱਲੇ ਰਹੋ, ਹਰ ਦੁੱਖ ਮੁਸੀਬਤ ਇਕੱਲੇ ਝੱਲੋ।
ਪਤੀ ਬਾਹਰ ਬੈਠਾ ਹੈ, ਬਸ ਨੋਟ ਬਣਾਉਣ ਵਿੱਚ ਰੁੱਝਿਆ ਹੋਇਆ ਹੈ ਅਤੇ ਮੈਂ ਇੱਥੇ ਸਭ ਕੁਝ ਦੇਖ ਰਹੀ ਸੀ। ਮੈਂ ਬਹੁਤ ਦੇਰ ਤੱਕ ਰੋਂਦੀ ਰਹੀ। ਕੁਝ ਦੇਰ ਬਾਅਦ ਉਮੇਸ਼ ਦਾ ਫੋਨ ਆਇਆ। ਮੈਂ ਆਪਣਾ ਸਾਰਾ ਗੁੱਸਾ ਉਸ ਤੇ ਕੱਢ ਦਿੱਤਾ। ਉਹ ਕਾਫੀ ਦੇਰ ਤੱਕ ਮੈਨੂੰ ਸਮਝਾਉਂਦਾ ਰਿਹਾ, ਪਰ ਮੈਂ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ ਅਤੇ ਮੈਂ ਗੁੱਸੇ 'ਚ ਆ ਕੇ ਉਸ ਦਾ ਫੋਨ ਕੱਟ ਦਿੱਤਾ ਅਤੇ ਰੋਣ ਲੱਗ ਪਈ। ਮੈਂ ਦਰਦ ਨਾਲ ਰੋਂਦੇ ਹੋਏ ਆਪਣੀਆਂ ਅੱਖਾਂ ਬੰਦ ਕਰ ਲਈਆਂ। ਕੁਝ ਸਮੇਂ ਬਾਅਦ ਮੈਂ ਬਹੁਤ ਬਿਹਤਰ ਮਹਿਸੂਸ ਕਰ ਰਹੀ ਸੀ। ਸ਼ਾਇਦ ਦਵਾਈ ਦਾ ਅਸਰ ਸੀ, ਜੋ ਦਰਦ ਘਟ ਕੇ ਖਤਮ ਹੋ ਗਿਆ ਸੀ। ਕੱਲ੍ਹ ਮੁੜ ਜਾਣਾ ਹੈ ਡਾਕਟਰ ਪ੍ਰਭਾਵਕਰ ਦੇ ਕਲੀਨਿਕ ਤੇ। ਬਸ ਇਹੋ ਸੋਚ ਕੇ ਮੈਂ ਸੌ ਗਈ। ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰਾ ਮੂਡ ਬਿਲਕੁਲ ਤਾਜ਼ਾ ਹੋ ਗਿਆ ਸੀ। ਡਾਕਟਰ ਨੇ ਮੈਨੂੰ ਜੋ ਦਵਾਈ ਦਿੱਤੀ ਸੀ, ਇਸ ਕਰਕੇ ਮੈਂ ਸ਼ਾਂਤੀ ਨਾਲ ਸੌਂ ਸਕੀ ਅਤੇ ਹੁਣ ਦਰਦ ਵੀ ਘੱਟ ਸੀ ਤੇ ਮੈਂ ਵੀ ਥੋੜਾ ਹਲਕਾ ਮਹਿਸੂਸ ਕਰ ਰਹੀ ਸੀ। ਜਦੋਂ ਮੈਂ ਨੌਕਰਾਣੀ ਨੂੰ ਨਾਸ਼ਤਾ ਕਰਨ ਲਈ ਕਿਹਾ ਤਾਂ ਉਹ ਜਲਦੀ ਨਾਲ ਮੇਰਾ ਮਨਪਸੰਦ ਨਾਸ਼ਤਾ ਲੈ ਆਈ। ਮੈਨੂੰ ਵੀ ਭੁੱਖ ਲੱਗੀ ਹੋਈ ਸੀ ਅਤੇ ਇਸੇ ਤਰ੍ਹਾਂ ਰੂਟੀਨ ਦੇ ਕੰਮ ਵਿੱਚ ਸ਼ਾਮ ਹੋ ਗਈ ਅਤੇ ਮੈਂ ਡਾਕਟਰ ਦੇ ਕਲੀਨਿਕ ਜਾਣ ਲਈ ਤਿਆਰ ਹੋ ਗਈ। ਮੈਂ ਕੁਝ ਦੇਰ ਵਿੱਚ ਉੱਥੇ ਪਹੁੰਚ ਗਈ ਸੀ। ਡਾਕਟਰ ਨੇ ਮੈਨੂੰ ਕਲੀਨਿਕ ਵਿੱਚ ਬੁਲਾਇਆ ਅਤੇ ਮੈਨੂੰ ਬੈਠਣ ਲਈ ਕਿਹਾ ਅਤੇ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਬੇਚੈਨ ਹੋ ਗਈ। ਉਸਨੇ ਦਰਵਾਜ਼ਾ ਕਿਉਂ ਬੰਦ ਕਰ ਦਿੱਤਾ ਹੈ? ਅਤੇ ਉਹ ਤੇਜ਼ੀ ਨਾਲ ਮੇਰੇ ਕੋਲ ਆਇਆ ਅਤੇ ਜੋ ਵੀ ਉਸਨੇ ਮੈਨੂੰ ਦੱਸਿਆ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੇਰਾ ਨਾਮ ਨੇਹਾ ਹੈ ਅਤੇ ਮੈਂ ਇੱਕ ਖੁਸ਼ਹਾਲ ਪਰਿਵਾਰ ਵਿੱਚ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਜਿਵੇਂ ਮੈਂ ਆਪਣੇ ਮੂੰਹ ਵਿੱਚ ਸੋਨੇ ਦਾ ਚਮਚਾ ਲੈ ਕੇ ਜਨਮ ਲਿਆ ਸੀ। ਪਾਪਾ ਸਮਝਦੇ ਸਨ ਕਿ ਮੈਂ ਉਹਨਾਂ ਦੀ ਕਿਸਮਤ ਖੋਲ੍ਹਣ ਆਈ ਹਾਂ। ਮੇਰਾ ਜਨਮ ਹੁੰਦਿਆਂ ਹੀ ਮੇਰੇ ਪਿਤਾ ਜੀ ਨੂੰ ਇੱਕ ਵੱਡਾ ਪ੍ਰੋਜੈਕਟ ਮਿਲ ਗਿਆ। ਉਹ ਸੋਚ ਵੀ ਨਹੀਂ ਸਕਦੇ ਸਨ ਕਿ ਇਸ ਪ੍ਰੋਜੈਕਟ ਕਾਰਨ ਉਹ ਕਿੱਥੋਂ ਤੋਂ ਕਿੱਥੇ ਤੱਕ ਪਹੁੰਚ ਗਏ। ਉਹਨਾਂ ਦਾ ਛੋਟਾ ਜਿਹਾ ਕਾਰੋਬਾਰ ਹੁਣ ਬਹੁਤ ਫੈਲ ਚੁੱਕਾ ਸੀ। ਮੇਰੇ ਪਿਤਾ ਜੀ ਪਿਆਰ ਨਾਲ ਮੈਨੂੰ ਨੈਣਾ ਕਹਿ ਕੇ ਬੁਲਾਉਂਦੇ ਸਨ। ਮੈਂ ਬਹੁਤ ਪਿਆਰ ਨਾਲ ਵੱਡੀ ਹੋਈ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ, ਪਰ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦਿਆਂ ਹੀ ਮੈਨੂੰ ਅਜੀਬ ਜਿਹਾ ਅਹਿਸਾਸ ਹੋਇਆ। ਮੈਂ ਮਹਿਸੂਸ ਕੀਤਾ ਕਿ ਸਾਡੇ ਘਰ ਵਿੱਚ ਕੋਈ ਰਾਜ ਛੁਪਿਆ ਹੋਇਆ ਹੈ ਜੋ ਮੈਨੂੰ ਨਹੀਂ ਪਤਾ ਸੀ, ਪਰ ਕੁਝ ਤਾਂ ਅਜਿਹਾ ਸੀ ਜਿਸ ਬਾਰੇ ਮੈਂ ਨਹੀਂ ਜਾਣਦੀ ਸੀ। ਮੈਂ ਪਾਪਾ ਅਤੇ ਮੰਮੀ ਨੂੰ ਕਈ ਵਾਰ ਇਕੱਲੇ ਕਿਸੇ ਗੱਲ ਦੇ ਬਹਿਸ ਕਰਦੇ ਵੇਖਿਆ ਸੀ, ਪਰ ਮੈਨੂੰ ਦੇਖ ਕੇ ਦੋਵੇਂ ਚੁੱਪ ਹੋ ਜਾਂਦੇ ਸਨ। ਮੈਂ ਚਾਹੁੰਦੇ ਹੋਏ ਇਸ ਰਾਜ ਨੂੰ ਨਹੀਂ ਲੱਭ ਸਕੀ। ਜਦੋਂ ਮੈਂ ਕਾਲਜ ਤੋਂ ਬਾਅਦ ਆਪਣੀਆਂ ਛੁੱਟੀਆਂ ਬਿਤਾ ਰਹੀ ਸੀ ਤਾਂ ਮੈਂ ਨੋਟ ਕੀਤਾ ਕਿ ਜਿਵੇਂ ਹੀ ਪਿਤਾ ਜੀ ਘਰੋਂ ਨਿਕਲਦੇ ਸਨ, ਮਾਂ ਡਰਾਈਵਰ ਨੂੰ ਕਾਰ ਕੱਢਣ ਦਾ ਹੁਕਮ ਦਿੰਦੀ ਅਤੇ ਉਸ ਨਾਲ ਕਿਤੇ ਚਲੀ ਜਾਂਦੀ। ਪਹਿਲਾਂ ਤਾਂ ਮੈਂ ਧਿਆਨ ਨਾ ਦਿੱਤਾ, ਪਰ ਫਿਰ ਇੱਕ ਦਿਨ ਜਦੋਂ ਮੈਂ ਪੁੱਛਿਆ ਤਾਂ ਮਾਂ ਪਰੇਸ਼ਾਨ ਹੋ ਗਈ ਅਤੇ ਕਹਿਣ ਲੱਗੀ, ਨੈਣਾ ਪੁੱਤਰ, ਮੈਂ ਕਿੱਥੇ ਜਾਂਦੀ ਹਾਂ ਮੈਂ ਤੁਹਾਨੂੰ ਇਸ ਬਾਰੇ ਨਹੀਂ ਦੱਸ ਸਕਦੀ। ਉਹਨਾਂ ਦੀਆਂ ਗੱਲਾਂ ਤੇ ਮੈਂ ਅਜੀਬ ਜਿਹੀਆਂ ਨਜ਼ਰਾਂ ਨਾਲ ਉਹਨਾਂ ਵੱਲ ਦੇਖਣ ਲੱਗੀ ਤੇ ਕਹਿਣ ਲੱਗੀ, ਮੰਮੀ ਜੀ, ਅਜਿਹਾ ਕੀ ਹੈ ਜੋ ਤੁਸੀਂ ਮੈਨੂੰ ਨਹੀਂ ਦੱਸ ਸਕਦੇ? ਮੈਂ ਹੈਰਾਨੀ ਨਾਲ ਕਿਹਾ ਤਾਂ ਉਹਨਾਂ ਨੇ ਮੈਨੂੰ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ, ਪਰੇਸ਼ਾਨ ਨਾ ਹੋਵੋ, ਮੈਂ ਸਿਰਫ ਆਪਣੇ ਦੋਸਤਾਂ ਨੂੰ ਮਿਲਣ ਲਈ ਬਾਹਰ ਜਾਂਦੀ ਹਾਂ। ਮੈਂ ਘਰ ਰਹਿ ਕੇ ਬੋਰ ਹੋ ਜਾਂਦੀ ਹਾਂ। ਮੈਂ ਕਿਹਾ, ਮੰਮੀ ਜੀ, ਇਹ ਕੀ ਗੱਲ ਹੋਈ? ਘਰ ਵਿੱਚ ਕੌਣ ਬੋਰ ਹੁੰਦਾ ਹੈ ਅਤੇ ਹੁਣ ਮੈਂ ਵੀ ਘਰ ਵਿੱਚ ਹਾਂ। ਮੈਂ ਹੈਰਾਨ ਹੋਣ ਲੱਗੀ, ਕੀ ਗੱਲ ਕੀ ਹੈ? ਉਹ ਆਪਣੀ ਧੀ ਨਾਲ ਸਮਾਂ ਬਿਤਾਉਣ ਦੀ ਬਜਾਏ ਦੋਸਤਾਂ ਕੋਲ ਜਾਂਦੀ ਸੀ। ਇਹ ਗੱਲ ਸੁਣ ਕੇ ਉਹ ਸਿਰਫ ਸਿਰ ਹਿਲਾ ਕੇ ਉੱਥੋਂ ਚਲੀ ਗਈ ਤੇ ਮੈਂ ਇਹ ਸੁਣ ਕੇ ਬਹੁਤ ਦੁਖੀ ਹੋਈ। ਜਦੋਂ ਕਿ ਮੇਰੇ ਪਿਤਾ ਜੀ ਜਦੋਂ ਵੀ ਘਰ ਹੁੰਦੇ ਸਨ ਤਾਂ ਮੇਰੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਸਨ ਅਤੇ ਮੈਨੂੰ ਖੁਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਸਨ, ਮੇਰੀ ਹਰ ਇੱਛਾ ਪੂਰੀ ਕਰਦੇ। ਵੈਸੇ ਤਾਂ ਮਾਂ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਅੱਜ ਉਹਨਾਂ ਦਾ ਰਵੱਈਆ ਥੋੜਾ ਅਜੀਬ ਸੀ। ਜਦੋਂ ਮੈਂ ਸੋਚਣਾ ਸ਼ੁਰੂ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਮਾਂ ਮੈਨੂੰ ਮੇਰੇ ਪਿਤਾ ਦੁਆਰਾ ਪਿਆਰ ਕਰਦੇ ਦੇਖ ਕੇ ਦੁਖੀ ਹੋ ਜਾਂਦੀ ਸੀ। ਹੁਣ ਮੈਨੂੰ ਸ਼ੱਕ ਹੋਣ ਲੱਗਾ ਸੀ ਕਿ ਉਹ ਮੇਰੀ ਮਾਂ ਹੈ ਜਾਂ ਨਹੀਂ, ਪਰ ਇਹ ਕਿਵੇਂ ਸੰਭਵ ਸੀ? ਮੈਂ ਆਪਣੇ ਜਨਮ ਦੀਆਂ ਤਸਵੀਰਾਂ ਦੇਖੀਆਂ ਸਨ ਜਿਨ੍ਹਾਂ ਵਿੱਚ ਮੇਰੀ ਮਾਂ ਹੀ ਸੀ, ਜਿਸ ਨੇ ਮੈਨੂੰ ਹਸਪਤਾਲ ਵਿੱਚ ਗੋਦ ਵਿੱਚ ਲਿਆ ਹੋਇਆ ਸੀ ਤੇ ਉਹਨਾਂ ਦੇ ਹੱਥ ਤੇ ਡ੍ਰਿਪ ਲੱਗੀ ਹੋਈ ਸੀ। ਜਦੋਂ ਮੈਂ ਛੋਟੀ ਸੀ ਤਾਂ ਉਹ ਡ੍ਰਿਪਾਂ ਦੇਖ ਕੇ ਬਹੁਤ ਡਰ ਜਾਂਦੀ ਸੀ।
ਜਦੋਂ ਮੈਂ ਪੁੱਛਦੀ ਸੀ ਕਿ ਮੰਮੀ ਤੁਹਾਡੇ ਹੱਥ ਨੂੰ ਕੀ ਹੋ ਗਿਆ ਹੈ, ਫਿਰ ਉਹ ਕਹਿੰਦੀ ਜਦੋਂ ਤੇਰਾ ਜਨਮ ਹੋਇਆ ਸੀ ਤਾਂ ਡਾਕਟਰ ਨੇ ਮੈਨੂੰ ਡ੍ਰਿਪ ਲਗਾ ਦਿੱਤੀ ਸੀ ਤਾਂ ਜੋ ਮੈਨੂੰ ਤਾਕਤ ਮਿਲੇ ਅਤੇ ਮੈਂ ਤੇਰੀ ਦੇਖਭਾਲ ਕਰ ਸਕਾਂ। ਇਹ ਗੱਲਾਂ ਯਾਦ ਆਉਂਦੀਆਂ ਤਾਂ ਮੇਰਾ ਸ਼ੱਕ ਦੂਰ ਹੋ ਜਾਂਦਾ ਸੀ, ਪਰ ਘਰ ਵਿੱਚ ਜੋ ਕੁਝ ਹੁੰਦਾ ਸੀ ਉਹ ਕੁਝ ਵੱਖਰਾ ਸੀ। ਇੱਕ ਵਾਰ ਮੈਂ ਆਪਣੀ ਮਾਂ ਦੇ ਪਿੱਛੇ ਜਾਣ ਬਾਰੇ ਸੋਚਿਆ ਅਤੇ ਦੂਜੇ ਦਿਨ ਮੈਂ ਉਹਨਾਂ ਦੇ ਜਾਣ ਤੋਂ ਪਹਿਲਾਂ ਹੀ ਤਿਆਰ ਸੀ ਅਤੇ ਮੈਂ ਪਹਿਲਾਂ ਹੀ ਇੱਕ ਕੈਬ ਦਾ ਆਰਡਰ ਕਰ ਦਿੱਤਾ ਸੀ ਜਿਸ ਨੂੰ ਮੈਂ ਘਰ ਤੋਂ ਕੁਝ ਦੂਰੀ 'ਤੇ ਰੁਕਣ ਲਈ ਕਿਹਾ ਸੀ ਅਤੇ ਜਦੋਂ ਉਹ ਚਲੇਗੀ ਤਾਂ ਮੈਂ ਆਪਣੀ ਮਾਂ ਦਾ ਪਿੱਛਾ ਕਰਾਂਗੀ। ਇਸ ਦੀ ਬਜਾਏ ਕੈਬ ਡਰਾਈਵਰ ਨੇ ਦੁੱਗਣਾ ਕਿਰਾਇਆ ਵਸੂਲਿਆ। ਮਾਂ ਦੇ ਘਰੋਂ ਨਿਕਲਦਿਆਂ ਹੀ ਮੈਂ ਵੀ ਬਾਹਰ ਆ ਗਈ ਤੇ ਡਰਾਈਵਰ ਨੂੰ ਮੰਮੀ ਦੀ ਕਾਰ ਦਾ ਪਿੱਛਾ ਕਰਨ ਲਈ ਕਿਹਾ। ਅਸੀਂ ਕਾਫੀ ਦੇਰ ਤੱਕ ਉਹਨਾਂ ਦਾ ਪਿੱਛਾ ਕੀਤਾ। ਪਹਿਲਾਂ ਉਹ ਇੱਕ ਰੈਸਟੋਰੈਂਟ ਵਿੱਚ ਗਈ ਅਤੇ ਉੱਥੇ ਉਸ ਨੇ ਆਪਣੀ ਕਾਰ ਦੀ ਡਿੱਗੀ ਵਿੱਚ ਕਈ ਡੱਬੇ ਰੱਖੇ ਜਿਨ੍ਹਾਂ ਵਿੱਚ ਸ਼ਾਇਦ ਖਾਣ ਪੀਣ ਦੀਆਂ ਚੀਜ਼ਾਂ ਸਨ ਅਤੇ ਫਿਰ ਇੱਕ ਦੁਕਾਨ 'ਤੇ ਗਈ ਜਿੱਥੇ ਉਸ ਨੇ ਬੱਚਿਆਂ ਲਈ ਗੁਬਾਰੇ ਅਤੇ ਤੋਹਫੇ ਖਰੀਦੇ ਅਤੇ ਉਹ ਵੀ ਕਾਰ ਵਿੱਚ ਰੱਖ ਲਏ। ਇਸੇ ਤੋਂ ਬਾਅਦ ਉਹਨਾਂ ਦੀ ਕਾਰ ਇੱਕ ਅਨਾਥ ਆਸ਼ਰਮ ਨੇੜੇ ਰੁਕੀ। ਮੰਮੀ ਕਾਰ ਤੋਂ ਉਤਰ ਕੇ ਅਨਾਥ ਆਸ਼ਰਮ ਦੇ ਅੰਦਰ ਜਾ ਕੇ ਕਾਫੀ ਦੇਰ ਉੱਥੇ ਅੰਦਰ ਹੀ ਬੈਠੀ ਰਹੀ। ਮੈਂ ਦੇਖ ਰਹੀ ਸੀ ਕਿ ਡਰਾਈਵਰ ਨੇ ਇੱਕ ਆਦਮੀ ਨਾਲ ਮਿਲ ਕੇ ਖਾਣ ਪੀਣ ਦਾ ਸਮਾਨ ਕੱਢ ਕੇ ਅੰਦਰ ਲੈ ਗਈ ਸੀ, ਪਰ ਮੰਮੀ ਹੱਥ ਵਿੱਚ ਕੁਝ ਫੁੱਲ ਅਤੇ ਗੁਬਾਰੇ ਆਦਿ ਲੈ ਕੇ ਅੰਦਰ ਚਲੀ ਗਈ। ਬਾਕੀ ਸਮਾਨ ਨੂੰ ਡਰਾਈਵਰ ਨੇ ਬਾਹਰ ਕੱਢ ਲਿਆ ਅਤੇ ਕਰੀਬ 2 ਘੰਟੇ ਬਾਅਦ ਮਾਂ ਬਾਹਰ ਆਈ। ਛੱਡਣ ਵੇਲੇ ਜਿੰਨਾ ਉਹ ਖੁਸ਼ ਨਜ਼ਰ ਆ ਰਹੀ ਸੀ, ਵਾਪਸ ਆਉਣ ਵੇਲੇ ਉਹਨਾਂ ਦਾ ਚਿਹਰਾ ਓਨਾ ਹੀ ਉਦਾਸ ਸੀ। ਉਹ ਕਾਰ ਵਿੱਚ ਚਲੀ ਗਈ ਅਤੇ ਮੈਂ ਸੋਚਿਆ ਕਿ ਉਹ ਘਰ ਜਾਏਗੀ। ਇਸ ਲਈ ਮੈਂ ਜਲਦੀ ਨਾਲ ਟੈਕਸੀ ਡਰਾਈਵਰ ਨੂੰ ਪਿੱਛੇ ਤੁਰਨ ਲਈ ਕਿਹਾ ਅਤੇ ਮੇਰੀ ਕਾਹਲੀ ਦੇ ਉੱਪਰ ਡਰਾਈਵਰ ਮੈਨੂੰ ਜਲਦੀ ਘਰ ਲੈ ਗਿਆ। ਮੈਂ ਉਸ ਨੂੰ ਕਿਰਾਇਆ ਅਦਾ ਕੀਤਾ ਅਤੇ ਤੇਜ਼ੀ ਨਾਲ ਅੰਦਰ ਭੱਜ ਗਈ। ਮੈਂ ਨੌਕਰਾਂ ਨੂੰ ਨਹੀਂ ਦੱਸਿਆ ਸੀ ਕਿ ਮੈਂ ਬਾਹਰ ਗਈ ਹਾਂ ਅਤੇ ਨਾ ਹੀ ਕਿਸੇ ਨੇ ਮੈਨੂੰ ਜਾਂਦੇ ਹੋਏ ਦੇਖਿਆ ਸੀ। ਬਸ ਮੈਨੂੰ ਚੌਕੀਦਾਰ ਨੇ ਵਾਪਸ ਆਉਂਦੇ ਹੋਏ ਦੇਖਿਆ ਅਤੇ ਮੈਨੂੰ ਕਿਸੇ ਨੇ ਕੋਈ ਸਵਾਲ ਵੀ ਨਹੀਂ ਕੀਤਾ ਅਤੇ ਮਾਂ ਨੂੰ ਵੀ ਨੌਕਰਾਂ ਤੋਂ ਸਵਾਲ ਕਰਨ ਦੀ ਆਦਤ ਨਹੀਂ ਸੀ। ਮੇਰੇ ਅਨੁਸਾਰ ਮਾਂ ਨੂੰ ਹੁਣ ਤੱਕ ਘਰ ਜਾਣਾ ਚਾਹੀਦਾ ਸੀ, ਪਰ ਮਾਂ ਹਜੇ ਘਰ ਨਹੀਂ ਆਈ ਸੀ। ਮੈਂ ਉਸ ਦੀ ਉਡੀਕ ਕਰਦੀ ਰਹੀ। ਆਖਰ ਮਾਂ 2 ਘੰਟੇ ਬਾਅਦ ਘਰ ਪਰਤ ਆਈ। ਹੁਣ ਮੈਨੂੰ ਪਛਤਾਵਾ ਹੋ ਰਿਹਾ ਸੀ ਕਿ ਮੈਂ ਇੰਨੀ ਜਲਦੀ ਵਾਪਸ ਕਿਉਂ ਆ ਗਈ। ਜਦੋਂ ਮੈਂ ਆਪਣੀ ਮਾਂ ਨੂੰ ਧਿਆਨ ਨਾਲ ਦੇਖਿਆ ਤਾਂ ਉਹ ਬਹੁਤ ਥੱਕੀ ਹੋਈ ਲੱਗ ਰਹੀ ਸੀ। ਮੈਨੂੰ ਅਫਸੋਸ ਹੋਇਆ। ਮੈਂ ਮਾਂ ਨੂੰ ਜੱਫੀ ਪਾਈ ਤਾਂ ਉਹ ਮੇਰੀ ਅਚਾਨਕ ਹੋਈ ਇਸ ਹਰਕਤ ਦੇ ਹੱਸਣ ਲੱਗ ਪਈ ਅਤੇ ਕਹਿਣ ਲੱਗੀ ਕਿ ਤੁਸੀਂ ਕੀ ਕਰ ਰਹੇ ਹੋ। ਮੈਂ ਕਿਹਾ ਮੈਨੂੰ ਆਪਣੀ ਪਿਆਰੀ ਮਾਂ ਨਾਲ ਪਿਆਰ ਹੈ, ਇਸ ਲਈ ਉਹਨਾਂ ਨੇ ਮੇਰੇ ਮੱਥੇ ਨੂੰ ਚੁੰਮਿਆ। ਮੈਂ ਘਬਰਾਉਣ ਲੱਗੀ ਸੀ ਕਿ ਮੈਂ ਆਪਣੀ ਮਾਂ ਨੂੰ ਗਲਤ ਸਮਝ ਲਿਆ ਸੀ। ਉਹ ਉੱਥੇ ਕਿਸੇ ਚੰਗੇ ਕੰਮ ਲਈ ਜਾਂਦੀ ਸੀ ਅਤੇ ਸ਼ਾਇਦ ਇਸੇ ਲਈ ਉਹਨਾਂ ਨੇ ਮੈਨੂੰ ਨਹੀਂ ਦੱਸਿਆ ਸੀ ਕਿ ਕਿਤੇ ਉਹਨਾਂ ਦੀ ਮਿਹਨਤ ਬਰਬਾਦ ਨਾ ਹੋ ਜਾਵੇ। ਉਹ ਅਨਾਥ ਆਸ਼ਰਮ ਦੇ ਬੱਚਿਆਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਅਤੇ ਖਿਡੌਣੇ ਲੈ ਕੇ ਜਾਂਦੀ ਸੀ। ਉਹ ਉੱਥੇ ਜਾਣਾ ਪਸੰਦ ਕਰਦੀ ਸੀ, ਪਰ ਮੈਂ ਆਪਣੀ ਮਾਂ ਨੂੰ ਗਲਤ ਸਮਝਿਆ ਸੀ। ਉਸ ਦਿਨ ਤੋਂ ਬਾਅਦ ਮੈਂ ਉਹਨਾਂ 'ਤੇ ਸ਼ੱਕ ਕਰਨਾ ਬੰਦ ਕਰ ਦਿੱਤਾ। ਵੈਸੇ ਵੀ ਮੇਰਾ ਯੂਨੀਵਰਸਿਟੀ ਵਿੱਚ ਦਾਖਲਾ ਹੋਣ ਵਾਲਾ ਸੀ। ਮੈਂ ਆਪਣੀ ਪੜ੍ਹਾਈ ਪ੍ਰਤੀ ਬਹੁਤ ਗੰਭੀਰ ਸੀ। ਹੁਣ ਮੈਂ ਅੱਗੇ ਦੀ ਯੋਜਨਾ ਬਣਾਉਣ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਪਰ ਫਿਰ ਇੱਕ ਰਾਤ ਜਦੋਂ ਮੈਂ ਪਾਣੀ ਪੀਣ ਲਈ ਰਸੋਈ ਵੱਲ ਜਾਣ ਲੱਗੀ ਤਾਂ ਮੈਨੂੰ ਮੇਰੇ ਪਿਤਾ ਦੇ ਕਮਰੇ ਵਿੱਚੋਂ ਆਵਾਜ਼ ਸੁਣਾਈ ਦੇਣ ਲੱਗੀਆਂ। ਇਹ ਆਮ ਵਾਂਗ ਬਹਿਸ ਦੀ ਆਵਾਜ਼ ਨਹੀਂ ਸੀ। ਮੈਂ ਘਬਰਾ ਗਈ ਅਤੇ ਦਰਵਾਜ਼ੇ ਵੱਲ ਕੰਨ ਲਗਾ ਕੇ ਸੁਣਨ ਸ਼ੁਰੂ ਕਰ ਦਿੱਤਾ। ਮੈਨੂੰ ਪਤਾ ਸੀ ਕਿ ਇਹ ਸਹੀ ਨਹੀਂ ਸੀ, ਪਰ ਇਹ ਮੇਰੇ ਮਾਪਿਆਂ ਦਾ ਮਾਮਲਾ ਸੀ ਅਤੇ ਮੈਂ ਸਭ ਕੁਝ ਜਾਣਨਾ ਚਾਹੁੰਦੀ ਸੀ ਕਿਉਂਕਿ ਉਹ ਹਰ ਸਮੇਂ ਇਸ ਤਰ੍ਹਾਂ ਲੜਦੇ ਰਹਿੰਦੇ ਸੀ। ਆਖਰ ਉਹ ਕਿਹੜੀ ਚੀਜ਼ ਸੀ ਜਿਸ ਨੇ ਉਹਨਾਂ ਨੂੰ ਸ਼ਾਂਤੀ ਨਾਲ ਰਹਿਣ ਨਹੀਂ ਦਿੱਤਾ। ਹੁਣ ਮੈਂ ਉਹਨਾਂ ਦੀਆਂ ਗੱਲਾਂ ਸੁਣ ਸਕਦੀ ਸੀ। ਦਰਵਾਜ਼ਾ ਵੀ ਥੋੜਾ ਖੁੱਲ੍ਹਾ ਸੀ। ਮੈਂ ਦੋਵਾਂ ਨੂੰ ਸਾਫ਼-ਸਾਫ਼ ਦੇਖ ਸਕਦੀ ਸੀ। ਮੈਂ ਮਾਂ ਨੂੰ ਪਿਤਾ ਨਾਲ ਲੜਦਿਆਂ ਦੇਖਿਆ ਅਤੇ ਪਿਤਾ ਜੀ ਸਵਾਲਾਂ ਲਈ ਸਿਰ ਹਿਲਾ ਰਹੇ ਸਨ। ਇਹ ਅਸੰਭਵ ਨਹੀਂ ਹੈ ਸੰਗੀਤਾ, ਮੈਂ ਕਿੰਨੀ ਵਾਰ ਤੈਨੂੰ ਮਨਾ ਕਰ ਦਿੱਤਾ ਹੈ। ਹੁਣ ਤੁਸੀਂ ਵੀ ਇਹ ਬਹਿਸ ਬੰਦ ਕਰੋ। ਉਹਨਾਂ ਨੂੰ ਅਚਾਨਕ ਗੁੱਸਾ ਆ ਗਿਆ। ਮਾਂ ਰੋਣ ਲੱਗੀ ਤੇ ਕਹਿਣ ਲੱਗੀ, ਤੁਸੀਂ ਇਹ ਸਭ ਕਿਉਂ ਕਰਦੇ ਹੋ? ਕੀ ਮੇਰਾ ਇਸ ਘਰ 'ਤੇ ਕੋਈ ਹੱਕ ਨਹੀਂ ਹੈ? ਉਹ ਫਿਰ ਰੋਣ ਲੱਗ ਪਈ। ਜਦੋਂ ਮੈਂ ਬਰਦਾਸ਼ਤ ਨਾ ਕਰ ਸਕੀ ਤਾਂ ਮੈਂ ਅੰਦਰ ਚਲੀ ਗਈ
ਅਚਾਨਕ ਮੈਨੂੰ ਦੇਖ ਕੇ ਦੋਹਾਂ ਦਾ ਰੰਗ ਉੱਡ ਗਿਆ। ਮੰਮੀ ਨੇ ਝੱਟ ਮੂੰਹ ਮੋੜ ਲਿਆ, ਆਪਣੇ ਹੰਝੂ ਪੂੰਝੇ ਅਤੇ ਬਾਥਰੂਮ ਵੱਲ ਤੁਰ ਪਈ। ਜਦੋਂ ਕਿ ਪਾਪਾ ਮੇਰੇ ਵੱਲ ਆਉਣ ਲੱਗੇ, ਕਹਿਣ ਲੱਗੇ, ਬੇਟਾ ਤੂੰ ਇਸ ਵੇਲੇ ਇੱਥੇ? ਪਾਪਾ ਕਾਫੀ ਗੁੱਸੇ ਵਿੱਚ ਸਨ ਅਤੇ ਮੇਰਾ ਹੱਥ ਫੜ ਕੇ ਮੈਨੂੰ ਸੋਫੇ 'ਤੇ ਬਿਠਾ ਦਿੱਤਾ। ਮੈਂ ਪੁੱਛਿਆ, ਇਹ ਸਭ ਕੀ ਹੋ ਰਿਹਾ ਹੈ? ਪਾਪਾ ਤੁਸੀਂ ਲੋਕ ਇਸ ਤਰ੍ਹਾਂ ਕਿਉਂ ਲੜਦੇ ਰਹਿੰਦੇ ਹੋ? ਅੱਜ ਮੈਂ ਸਭ ਕੁਝ ਜਾਣਨਾ ਚਾਹੁੰਦੀ ਹਾਂ। ਪਿਤਾ ਜੀ ਨੇ ਕਿਹਾ, ਕੁਝ ਨਹੀਂ ਮੇਰੀ ਬੇਟੀ, ਅਜਿਹਾ ਕੁਝ ਨਹੀਂ, ਬਸ ਤੇਰੀ ਮਾਂ ਦੀ ਸਿਹਤ ਠੀਕ ਨਹੀਂ ਹੈ। ਮੈਂ ਉਸ ਨੂੰ ਕਹਿ ਰਿਹਾ ਸੀ ਕਿ ਡਾਕਟਰ ਕੋਲ ਚੱਲੀਏ, ਪਰ ਉਹ ਮੇਰੀ ਗੱਲ ਨਹੀਂ ਸੁਣ ਰਹੀ ਸੀ। ਹੁਣ ਦੇਖੋ, ਮੈਨੂੰ ਇਸ ਗੱਲ ਤੇ ਗੁੱਸਾ ਤਾਂ ਆਵੇਗਾ ਹੀ। ਉਹ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਮੈਂ ਕਿਹਾ, ਪਿਤਾ ਜੀ ਤੁਸੀਂ ਝੂਠ ਕਿਉਂ ਬੋਲ ਰਹੇ ਹੋ? ਜਦੋਂ ਮੈਂ ਉਹਨਾਂ ਦੇ ਹੱਥ 'ਤੇ ਹੱਥ ਰੱਖ ਕੇ ਕਿਹਾ ਤਾਂ ਉਹ ਮੇਰੇ ਤੋਂ ਅੱਖਾਂ ਚੁਰਾਉਣ ਲੱਗੇ। ਇਹ ਅੱਜ ਦੀ ਗੱਲ ਨਹੀਂ ਕਿ ਅਜਿਹਾ ਹੋ ਰਿਹਾ ਹੈ। ਰੋਜ਼ ਮੈਂ ਤੁਹਾਨੂੰ ਝਗੜਾ ਕਰਦੇ ਵੇਖਦੀ ਹਾਂ। ਮੈਂ ਮਹਿਸੂਸ ਕੀਤਾ ਕਿ ਮੰਮੀ ਦਿਨੋਂ ਦਿਨ ਕਮਜ਼ੋਰ ਹੋ ਰਹੀ ਹੈ। ਉਹਨਾਂ ਨੂੰ ਕੁਝ ਅੰਦਰੋਂ ਅੰਦਰੀ ਖਾ ਰਿਹਾ ਹੈ। ਕਿਰਪਾ ਕਰਕੇ ਮੈਨੂੰ ਸੱਚਾਈ ਦੱਸੋ। ਮੈਂ ਰੋਣ ਲੱਗ ਪਈ ਅਤੇ ਮੇਰੇ ਪਿਤਾ ਨੇ ਮੈਨੂੰ ਜੱਫੀ ਪਾ ਲਈ। ਮੈਨੂੰ ਮਹਿਸੂਸ ਹੋਣ ਲੱਗਾ ਕਿ ਉਹਨਾਂ ਦੇ ਵੀ ਹੰਝੂ ਨਿਕਲ ਰਹੇ ਸਨ। ਮੇਰਾ ਦਿਲ ਹੋਰ ਵੀ ਦੁਖਣ ਲੱਗਾ। ਅੱਜ ਮੈਂ ਆਪਣੇ ਮੁਸਕਰਾਉਂਦੇ ਹੋਏ ਪਾਪਾ ਨੂੰ ਰਵਾ ਦਿੱਤਾ। ਕੁਝ ਦੇਰ ਬਾਅਦ ਮਾਂ ਵੀ ਬਾਥਰੂਮ ਤੋਂ ਬਾਹਰ ਆ ਗਈ ਅਤੇ ਉਹ ਮੈਨੂੰ ਅਜੇ ਵੀ ਉੱਥੇ ਬੈਠੀ ਦੇਖ ਕੇ ਹੈਰਾਨ ਰਹਿ ਗਈ ਅਤੇ ਕਿਹਾ, ਨੈਣਾ ਤੁਸੀਂ ਅਜੇ ਵੀ ਇੱਥੇ ਹੋ ਬੇਟਾ, ਆਪਣੇ ਕਮਰੇ ਵਿੱਚ ਜਾਓ। ਪਾਪਾ ਨੂੰ ਪਰੇਸ਼ਾਨ ਨਾ ਕਰੋ। ਉਹ ਮੇਰੇ ਵੱਲ ਆਈ ਅਤੇ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ, ਪਰ ਪਾਪਾ ਨੇ ਮੈਨੂੰ ਫੜ ਲਿਆ। ਧੀ ਇੰਨੀ ਸਮਝਦਾਰ ਹੋ ਗਈ ਹੈ ਕਿ ਉਹ ਆਪਣੇ ਮਾਪਿਆਂ ਦਾ ਦਰਦ ਸਮਝ ਸਕਦੀ ਹੈ। ਜਦੋਂ ਪਾਪਾ ਨੇ ਮੰਮੀ ਨੂੰ ਭਾਵੁਕ ਹੋ ਕੇ ਕਿਹਾ ਤਾਂ ਮੰਮੀ ਫਿਰ ਰੋਣ ਲੱਗ ਪਈ ਅਤੇ ਮੈਂ ਬੇਚੈਨ ਹੋ ਕੇ ਦੋਹਾਂ ਨੂੰ ਦੇਖ ਰਹੀ ਸੀ। ਆਖਰ ਕੀ ਗੱਲ ਹੈ? ਜਿਸ ਤਰੀਕੇ ਨਾਲ ਉਹ ਦੋਵੇਂ ਰੋ ਰਹੇ ਸਨ, ਮੇਰੇ ਦਿਲ ਵਿੱਚ ਅਜੀਬ ਜਿਹੇ ਖਿਆਲ ਆਉਣ ਲੱਗੇ ਤੇ ਮੈਂ ਝੱਟ ਮੂੰਹ ਖੋਲ੍ਹਿਆ। ਪਾਪਾ ਜਲਦੀ ਦੱਸੋ, ਮੇਰਾ ਦਿਲ ਘਬਰਾ ਰਿਹਾ ਹੈ। ਫਿਰ ਪਿਤਾ ਨੇ ਜੋ ਦੱਸਿਆ ਉਹ ਮੇਰੇ ਲਈ ਬਹੁਤ ਵੱਡਾ ਸਦਮਾ ਸੀ। ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਕਿ ਅਜਿਹਾ ਵੀ ਹੋ ਸਕਦਾ ਹੈ। ਪਾਪਾ ਨੇ ਦੱਸਿਆ ਕਿ ਮੰਮੀ ਅਤੇ ਪਾਪਾ ਦਾ ਪਰਿਵਾਰ ਆਪਸ ਵਿੱਚ ਰਿਸ਼ਤੇਦਾਰ ਸੀ। ਪਾਪਾ ਨੇ ਆਪਣੀ ਮਰਜ਼ੀ ਨਾਲ ਵਿਆਹ ਮਾਂ ਨਾਲ ਕੀਤਾ ਸੀ। ਉਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹ ਬਹੁਤ ਖੁਸ਼ ਰਹਿੰਦੇ ਸਨ। ਫਿਰ ਵਿਆਹ ਦੇ 1 ਸਾਲ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜੋ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਪਿਆਰਾ ਸੀ। ਉਹ ਮੇਰੇ ਤੋਂ 7 ਸਾਲ ਵੱਡਾ ਸੀ। ਜਦੋਂ ਉਹ ਪੈਦਾ ਹੋਇਆ ਸੀ ਤਾਂ ਪਾਪਾ ਤੇ ਮੰਮੀ ਨੇ ਇੱਕ ਵੱਡਾ ਜਸ਼ਨ ਮਨਾਇਆ ਸੀ। ਪਾਪਾ ਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ। ਇਸ ਛੋਟੀ ਜਿਹੀ ਦੁਨੀਆ ਵਿੱਚ ਪਾਪਾ ਅਤੇ ਮੰਮੀ ਬਹੁਤ ਖੁਸ਼ ਸਨ। ਇੱਕ ਦਿਨ ਉਹਨਾਂ ਦੇ ਬੇਟੇ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਜਦੋਂ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਹ ਪਹਿਲਾਂ ਹੀ ਮਰ ਚੁੱਕਾ ਸੀ। ਡਾਕਟਰ ਨੇ ਦੱਸਿਆ ਇਸੇ ਕਰਕੇ ਉਹ ਬਚ ਨਹੀਂ ਸਕਿਆ ਕਿਉਂਕਿ ਬੁਖਾਰ ਉਸ ਦੇ ਦਿਮਾਗ ਨੂੰ ਚੜ੍ਹ ਗਿਆ ਸੀ। ਉਦੋਂ ਕੁਝ ਮਹੀਨੇ ਹੀ ਹੋਏ ਸਨ। ਮੇਰੀ ਮਾਂ ਦੂਜੀ ਵਾਰ ਗਰਭਵਤੀ ਹੋਈ। ਫਿਰ ਮੇਰਾ ਇੱਕ ਹੋਰ ਭਰਾ ਪੈਦਾ ਹੋਇਆ ਜੋ ਜਨਮ ਤੋਂ ਹੀ ਕਮਜ਼ੋਰ ਸੀ ਅਤੇ ਇੰਨਾ ਕਮਜ਼ੋਰ ਸੀ ਕਿ ਉਸ ਦੀ ਸਿਹਤ ਹਮੇਸ਼ਾ ਖਰਾਬ ਰਹਿੰਦੀ ਸੀ। ਉਹ ਵਿਚਾਰਾ ਵੀ ਨਾ ਬਚ ਸਕਿਆ। ਕੁਝ ਦਿਨਾਂ ਬਾਅਦ ਉਹ ਵੀ ਇਸ ਸੰਸਾਰ ਨੂੰ ਛੱਡ ਗਿਆ। ਫਿਰ ਤੀਜੀ ਵਾਰ ਮਾਂ ਗਰਭਵਤੀ ਹੋਈ ਅਤੇ ਉਸ ਦੇ ਘਰ ਇੱਕ ਹੋਰ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਰਵੀ ਸੀ। ਇੱਕ ਦਿਨ ਰਵੀ ਦੀ ਤਬੀਅਤ ਅਚਾਨਕ ਵਿਗੜ ਗਈ। ਮੰਮੀ ਡੈਡੀ ਬਹੁਤ ਡਰ ਗਏ। ਉਹਨਾਂ ਨੇ ਸੋਚਿਆ ਕਿ ਬਾਕੀ 2 ਪੁੱਤਰਾਂ ਵਾਂਗ ਇਹ ਪੁੱਤਰ ਵੀ ਸਾਡੇ ਤੋਂ ਦੂਰ ਨਾ ਹੋ ਜਾਵੇ। ਉਹ ਜਲਦੀ ਹੀ ਇਸ ਨੂੰ ਡਾਕਟਰ ਕੋਲ ਲੈ ਗਈ, ਪਰ ਇਸ ਵਾਰ ਬਹੁਤ ਦੇਰ ਹੋ ਚੁੱਕੀ ਸੀ। ਡਾਕਟਰ ਨੇ ਦੱਸਿਆ ਕਿ ਉਸ ਨੂੰ ਦੌਰਾ ਪਿਆ ਸੀ ਜਿਸ ਕਾਰਨ ਉਸ ਦੇ ਦਿਮਾਗ ਦੀਆਂ ਨਸਾਂ ਸੁੱਕ ਗਈਆਂ ਹਨ। ਉਸ ਦਾ ਦਿਮਾਗ ਬਹੁਤ ਕਮਜ਼ੋਰ ਹੋ ਗਿਆ ਸੀ ਅਤੇ ਉਹ ਤੁਰਨ ਫਿਰਨ ਦੇ ਵੀ ਯੋਗ ਨਹੀਂ ਸੀ। ਪਾਪਾ ਨੇ ਉਸ ਦੇ ਕਈ ਟੈਸਟ ਕਰਵਾਏ, ਪਰ ਜਦੋਂ ਉਹਨਾਂ ਨੂੰ ਸੱਚਾਈ ਦਾ ਪਤਾ ਲੱਗਾ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਦੋਂ ਸ਼ਹਿਰ ਦੇ ਸਭ ਤੋਂ ਵੱਡੇ ਡਾਕਟਰ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਬੱਚੇ ਨੂੰ ਦੌਰਾ ਨਹੀਂ ਪਿਆ, ਉਹ ਜਨਮ ਤੋਂ ਹੀ ਅਪਾਹਿਜ ਹੈ, ਇਸ ਦਾ ਕੋਈ ਇਲਾਜ ਨਹੀਂ ਹੈ। ਡਾਕਟਰ ਨੇ ਬੜੇ ਅਫਸੋਸ ਨਾਲ ਕਿਹਾ। ਪਾਪਾ ਇਹ ਸੁਣਦੇ ਹੀ ਟੁੱਟ ਗਏ। ਫਿਰ ਡਾਕਟਰ ਸਾਹਿਬ, ਕੋਈ ਇਲਾਜ ਤਾਂ ਹੋਵੇਗਾ, ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ। ਡਾਕਟਰ ਨੇ ਕਿਹਾ, ਮੈਂ ਤੁਹਾਨੂੰ ਇੱਕ ਰਾਏ ਦਿੰਦਾ ਹਾਂ, ਤੁਸੀਂ ਹੁਣ ਹੋਰ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਨਾ ਕਰੋ ਤਾਂ ਚੰਗਾ ਹੋਵੇਗਾ, ਕਿਉਂਕਿ ਤੁਸੀਂ ਪਹਿਲਾਂ ਹੀ ਦੱਸਿਆ ਹੈ
ਕਿ ਤੁਹਾਡੇ 2 ਬੱਚੇ ਪੈਦਾ ਹੋਣ ਤੋਂ ਬਾਅਦ ਮਰ ਚੁੱਕੇ ਹਨ। ਜੇਕਰ ਅਜਿਹਾ ਬਾਰ-ਬਾਰ ਹੁੰਦਾ ਰਹੇ ਤਾਂ ਕੋਈ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ। ਉਦਾਹਰਨ ਵਜੋਂ ਕਈਆਂ ਦੇ ਬਿਲਕੁਲ ਬੱਚੇ ਨਹੀਂ ਹੁੰਦੇ, ਕੁਝ ਬਚਦੇ ਨਹੀਂ ਜਾਂ ਕਿਸੇ ਮਾਨਸਿਕ ਸਮੱਸਿਆ ਜਾਂ ਕਿਸੇ ਹੋਰ ਬਿਮਾਰੀ ਤੋਂ ਪੀੜਤ ਹੁੰਦੇ ਹਨ। ਬਦਕਿਸਮਤ ਨਾਲ ਤੁਹਾਡੇ ਨਾਲ ਵੀ ਅਜਿਹਾ ਹੀ ਹੋਇਆ ਹੈ। ਡਾਕਟਰ ਦੀ ਗੱਲ ਸੁਣ ਕੇ ਮਾਂ ਪਾਪਾ ਪੂਰੀ ਤਰ੍ਹਾਂ ਟੁੱਟ ਗਏ। ਮੰਮੀ ਪੂਰੀ ਤਰ੍ਹਾਂ ਥੱਕ ਚੁੱਕੀ ਸੀ। ਸਾਰਾ ਦਿਨ ਉਹ ਰਵੀ ਨਾਲ ਰੁੱਝੀ ਰਹਿੰਦੀ। ਉਸ ਨੂੰ ਬਿਲਕੁਲ ਵੀ ਹੋਸ਼ ਨਹੀਂ ਸੀ। ਉਸ ਦੇ ਕੱਪੜੇ ਕਈ ਦਿਨਾਂ ਤੱਕ ਮੈਲੇ ਰਹਿੰਦੇ ਸਨ, ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਜਦੋਂ ਰਵੀ 4 ਸਾਲਾਂ ਦਾ ਹੋਇਆ ਤਾਂ ਅਚਾਨਕ ਮਾਂ ਦੀ ਤਬੀਅਤ ਖਰਾਬ ਹੋਣ ਲੱਗੀ ਅਤੇ ਪਤਾ ਲੱਗਾ ਕਿ ਉਹ ਫਿਰ ਤੋਂ ਮਾਂ ਬਣਨ ਵਾਲੀ ਹੈ, ਭਾਵ ਉਹ ਚੌਥੀ ਵਾਰ ਗਰਭਵਤੀ ਸੀ। ਇਸ ਵਾਰ ਪਿਤਾ ਜੀ ਬਹੁਤ ਗੁੱਸੇ ਸਨ। ਉਹਨਾਂ ਨੇ ਮੈਨੂੰ ਗਰਭਪਤ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮਾਂ ਦੀ ਜਾਨ ਨੂੰ ਖਤਰਾ ਸੀ ਅਤੇ ਇਸ ਲਈ ਮੈਂ ਇਸ ਸੰਸਾਰ ਵਿੱਚ ਆ ਗਈ ਅਤੇ ਉਹ ਵੀ ਬਿਲਕੁਲ ਸੁਰੱਖਿਅਤ। ਮੇਰੇ ਮਿਲਣ ਤੋਂ ਬਾਅਦ ਮੇਰੇ ਮਾਪਿਆਂ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ, ਪਰ ਮਾਂ ਅਜੇ ਵੀ ਰਵੀ ਨਾਲ ਬੇਚੈਨ ਰਹਿੰਦੀ ਸੀ। ਪਿਤਾ ਨੇ ਹੱਲ ਲੱਭ ਲਿਆ ਕਿ ਰਵੀ ਨੂੰ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਜਾਵੇ। ਪਾਪਾ ਨੇ ਅਨਾਥ ਆਸ਼ਰਮ ਦੇ ਲੋਕਾਂ ਨੂੰ ਬਹੁਤ ਸਾਰਾ ਪੈਸਾ ਦਿੱਤਾ ਸੀ ਅਤੇ ਰਵੀ ਲਈ ਇੱਕ ਵਧੀਆ ਕਮਰਾ ਵੀ ਬਣਵਾ ਦਿੱਤਾ ਸੀ। ਉੱਥੇ ਰਵੀ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਅਤੇ ਲੋੜੀ ਦੀ ਹਰ ਚੀਜ਼ ਮੁਹੱਈਆ ਕਰਵਾਈ ਜਾਂਦੀ ਸੀ। ਰਵੀ ਦੀ ਦੇਖਭਾਲ ਲਈ ਉਹਨਾਂ ਨੇ ਆਪਣੇ ਖਾਸ ਨੌਕਰ ਵੀ ਰੱਖੇ ਹੋਏ ਸਨ, ਪਰ ਮਾਂ ਇਸ ਗੱਲ ਲਈ ਰਾਜ਼ੀ ਨਹੀਂ ਸੀ। ਉਹਨਾਂ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ। ਪਿਤਾ ਜੀ ਰਵੀ ਨੂੰ ਜ਼ਬਰਦਸਤੀ ਉੱਥੇ ਭੇਜਿਆ ਸੀ ਤਾਂ ਜੋ ਰਵੀ ਦਾ ਕੋਈ ਬੁਰਾ ਪ੍ਰਭਾਵ ਮੇਰੇ ਤੇ ਨਾ ਪਵੇ। ਅਤੇ ਹੁਣ ਇੰਨੇ ਸਾਲਾਂ ਬਾਅਦ ਮਾਂ ਆਪਣੇ ਪਿਆਰ ਦੀ ਮਜਬੂਰੀ ਵਿੱਚ ਹਰ ਰੋਜ਼ ਰਵੀ ਨੂੰ ਮਿਲਣ ਜਾਂਦੀ ਸੀ, ਜਿੱਥੇ ਉਹ ਉਸ ਨੂੰ ਬੈਠਾ ਦੇਖ ਕੇ ਖੁਸ਼ ਹੁੰਦੀ ਸੀ। ਮੰਮੀ ਜੀ ਬਹੁਤ ਦੇਰ ਤੱਕ ਉਸ ਦੇ ਕੋਲ ਬੈਠ ਕੇ ਆਪਣੇ ਹੱਥੀਂ ਖਾਣਾ ਖਵਾਉਂਦੇ, ਪਰ ਪਿਤਾ ਜੀ ਅਜੇ ਤੱਕ ਰਵੀ ਨੂੰ ਘਰ ਵਾਪਸ ਲਿਆਉਣ ਲਈ ਰਾਜ਼ੀ ਨਹੀਂ ਹੋਏ ਸਨ ਕਿ ਕਿਤੇ ਮੇਰੇ ਦਿਮਾਗ ਤੇ ਰਵੀ ਦਾ ਕੋਈ ਅਸਰ ਨਾ ਹੋ ਜਾਵੇ। ਉਹ ਨਹੀਂ ਚਾਹੁੰਦੇ ਸਨ ਕਿ ਮੈਂ ਇਸ ਗੱਲ ਨੂੰ ਜਾਣਾ, ਪਰ ਅੱਜ ਮੈਨੂੰ ਪੂਰੀ ਸੱਚਾਈ ਪਤਾ ਲੱਗ ਗਈ ਸੀ ਕਿ ਮੇਰੀ ਮਾਂ ਮੇਰੇ ਨਾਲ ਹੁੰਦਿਆਂ ਵੀ ਮੇਰੇ ਨੇੜੇ ਕਿਉਂ ਨਹੀਂ ਸੀ ਅਤੇ ਪਿਤਾ ਜੀ ਇੰਨਾ ਕਠੋਰ ਕਿਵੇਂ ਹੋ ਸਕਦੇ ਹਨ। ਉਹ ਆਪਣੇ ਪੁੱਤਰ ਨੂੰ ਆਪਣੇ ਤੋਂ ਦੂਰ ਰੱਖਦੇ ਸੀ ਅਤੇ ਕਦੇ ਉਸ ਨੂੰ ਮਿਲਣ ਵੀ ਨਹੀਂ ਜਾਂਦੇ ਸੀ, ਕਿਉਂਕਿ ਉਹ ਆਪਣੇ ਪੁੱਤਰ ਦੀ ਹਾਲਤ ਨਹੀਂ ਦੇਖ ਸਕਦੇ ਸੀ। ਹੁਣ ਉਹ ਜਵਾਨ ਹੋ ਗਿਆ ਸੀ ਅਤੇ ਮਾਂ ਆਪਣਾ ਮਨ ਹਲਕਾ ਕਰਨ ਲਈ ਰੋਜ਼ ਉਸ ਕੋਲ ਜਾਂਦੀ ਸੀ। ਉਹ ਵਿਚਾਰੀ ਵੀ ਕੀ ਕਰਦੀ। ਪਰਮਾਤਮਾ ਨੇ ਉਸ ਨੂੰ 3 ਪੁੱਤਰ ਦਿੱਤੇ ਅਤੇ 2 ਇਸ ਸੰਸਾਰ ਵਿੱਚ ਨਹੀਂ ਰਹਿ ਸਕੇ, ਪਰ ਜਿਹੜਾ ਇੱਥੇ ਸੀ ਉਹ ਵੀ ਉਹਨਾਂ ਤੋਂ ਦੂਰ ਸੀ। ਉਸ ਮਾਸੂਮ ਬੱਚੇ ਨੂੰ ਕੁਝ ਪਤਾ ਨਹੀਂ ਸੀ। ਇਹ ਜਾਣ ਕੇ ਜੋ ਦਰਦ ਮੈਂ ਮਹਿਸੂਸ ਕੀਤਾ ਸਿਰਫ ਮੈਂ ਹੀ ਜਾਣਦੀ ਸੀ। ਮੈਂ ਆਪਣੇ ਪਿਤਾ ਜੀ ਨੂੰ ਜ਼ੋਰ ਦੇ ਕੇ ਕਿਹਾ ਕਿ ਕੱਲ੍ਹ ਆਪਾਂ ਆਪਣੇ ਭਰਾ ਨੂੰ ਇੱਥੇ ਲੈ ਕੇ ਆਵਾਂਗੇ। ਸਭ ਹੋਣ ਦੇ ਬਾਵਜੂਦ ਉਹ ਅਨਾਥ ਆਸ਼ਰਮ ਵਿੱਚ ਕਿਉਂ ਰਹਿੰਦਾ ਹੈ। ਮੈਂ ਸੋਚ ਕੇ ਰੋ ਰਹੀ ਸੀ ਅਤੇ ਮੇਰੀ ਜਿੱਦ ਤੇ ਮਜਬੂਰ ਹੋ ਕੇ ਪਿਤਾ ਜੀ ਅਗਲੇ ਦਿਨ ਭਰਾ ਨੂੰ ਘਰ ਲੈ ਆਏ। ਮੈਂ ਆਪਣੇ ਭਰਾ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਮੈਨੂੰ ਉਸ ਨਾਲ ਪਿਆਰ ਹੋ ਰਿਹਾ ਸੀ। ਮੈਂ ਦੇਖਿਆ ਮਾਂ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀ। ਇੰਨੇ ਸਾਲਾਂ ਬਾਅਦ ਉਹ ਆਪਣੇ ਜਿਗਰ ਦਾ ਟੁਕੜਾ ਆਪਣੇ ਨਾਲ ਲਿਆਈ ਸੀ। ਹੁਣ ਅਸੀਂ ਦੋਵੇਂ ਮਾਂ ਧੀ ਅਤੇ ਉਸ ਦਾ ਬਹੁਤ ਖਿਆਲ ਰੱਖਦੇ ਸੀ। ਮੇਰੇ ਭਰਾ ਅੰਦਰ ਵੀ ਬਹੁਤ ਬਦਲਾਅ ਆ ਰਿਹਾ ਸੀ। ਮੈਂ ਦੇਖਿਆ ਕਿ ਉਹ ਪਾਗਲ ਨਹੀਂ ਸੀ, ਬਸ ਉਸ ਦਾ ਦਿਮਾਗ ਛੋਟਾ ਸੀ। ਉਹ ਆਪਣੇ ਆਪ ਨੂੰ ਛੋਟਾ ਬੱਚਾ ਸਮਝਦਾ ਸੀ ਅਤੇ ਉਹ ਗੱਲ ਵੀ ਕਰਦਾ ਸੀ। ਹੌਲੀ ਹੌਲੀ ਅਸੀਂ ਉਹਨਾਂ ਨੂੰ ਤੋਰਨ ਦੀ ਕੋਸ਼ਿਸ਼ ਕੀਤੀ। ਕਈ ਵਾਰ ਉਹ ਇਸ ਤਰ੍ਹਾਂ ਬੋਲਦਾ ਕਿ ਸਿਆਣਿਆਂ ਨੂੰ ਵੀ ਸ਼ਰਮ ਆ ਜਾਂਦੀ। ਹੁਣ ਪਿਤਾ ਜੀ ਵੀ ਖੁਸ਼ ਸਨ। ਰਵੀ ਨਾਲ ਮੇਰੀ ਚੰਗੀ ਦੋਸਤੀ ਹੋ ਗਈ ਸੀ। ਉਹ ਬਹੁਤ ਖੁਸ਼ ਹੁੰਦਾ ਜੇ ਮੈਂ ਉਸ ਨੂੰ ਰੋਜ਼ ਚਾਕਲੇਟ ਲੈ ਕੇ ਦਿੰਦੀ। ਇੱਕ ਦਿਨ ਮੇਰੇ ਲਈ ਰਿਸ਼ਤਾ ਆਇਆ। ਉਹ ਮੁੰਡਾ ਬਹੁਤ ਸੋਹਣਾ ਸੀ ਤੇ ਘਰ-ਬਾਰ ਵੀ ਬਹੁਤ ਸੋਹਣਾ ਸੀ। ਇਹ ਸਭ ਦੇਖ ਕੇ ਮੇਰੇ ਪਿਤਾ ਜੀ ਨੇ ਮੇਰਾ ਵਿਆਹ ਉਮੇਸ਼ ਨਾਲ ਕਰਵਾ ਦਿੱਤਾ। ਮੈਂ ਉਸ ਨੂੰ ਪਾ ਕੇ ਬਹੁਤ ਖੁਸ਼ ਸੀ। ਉਮੇਸ਼ ਹਰ 4 ਮਹੀਨੇ ਬਾਅਦ ਅਮਰੀਕਾ ਤੋਂ ਘਰ ਆਉਂਦਾ ਸੀ। ਇਸ ਵਾਰ ਮੈਂ ਉਸ ਨੂੰ ਗਏ 4 ਮਹੀਨੇ ਹੋ ਗਏ ਸਨ ਅਤੇ ਮੇਰੀ ਸਿਹਤ ਵਿਗੜਨ ਲੱਗੀ ਸੀ। ਪਰ ਜੋ ਡਾਕਟਰ ਪ੍ਰਭਾਵਕਰ ਨੇ ਮੈਨੂੰ ਦੱਸਿਆ, ਉਸ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਡਾਕਟਰ ਨੇ ਕਿਹਾ ਕਿ ਤੁਸੀਂ ਮਾਂ ਬਣਨ ਵਾਲੇ ਹੋ, ਪਰ ਮੇਰੇ ਪੇਟ ਵਿੱਚ ਬੱਚਾ ਸ਼ਾਇਦ ਦਿਮਾਗੀ ਤੌਰ ਤੇ ਠੀਕ ਨਹੀਂ ਹੈ। 3 ਸਾਲਾਂ ਬਾਅਦ ਮੈਨੂੰ ਇਹ ਖੁਸ਼ਖਬਰੀ ਸੁਣਨ ਨੂੰ ਮਿਲੀ ਅਤੇ ਦੁੱਖ ਵੀ। ਇਹ ਸਭ ਸੁਣ ਕੇ ਮੇਰਾ ਸਿਰ ਘੁੰਮਣ ਲੱਗਾ।
ਡਾਕਟਰ ਨੇ ਬੜੀ ਮੁਸ਼ਕਲ ਨਾਲ ਸੰਭਾਲਿਆ। ਪਰ ਡਾਕਟਰ ਸਾਹਿਬ, ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ 4 ਮਹੀਨਿਆਂ ਤੋਂ ਗਰਭਵਤੀ ਹਾਂ। ਮੈਂ ਆਪਣੇ ਹੰਝੂ ਲੁਕਾਉਂਦੇ ਹੋਏ ਪੁੱਛਿਆ। ਡਾਕਟਰ ਨੇ ਕਿਹਾ, ਹੌਸਲਾ ਰੱਖੋ, ਇਹ ਕਈ ਵਾਰ ਹੁੰਦਾ ਹੈ ਅਤੇ ਜੇ ਇਹ ਤੁਹਾਡਾ ਪਹਿਲਾ ਬੱਚਾ ਹੈ ਤਾਂ ਤੁਹਾਡੇ ਕੋਲ ਬਹੁਤ ਜ਼ਿਆਦਾ ਅਨੁਭਵ ਨਹੀਂ ਸੀ। ਪਰ ਚਿੰਤਾ ਨਾ ਕਰੋ, ਮੇਰੇ ਕੋਲ ਇਸ ਦਾ ਹੱਲ ਹੈ। ਉਹ ਮੈਨੂੰ ਦਿਲਾਸਾ ਦੇਣ ਲੱਗਾ ਤੇ ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ। ਡਾਕਟਰ ਨੇ ਕਿਹਾ ਕਿ ਮੈਂ ਤੁਹਾਨੂੰ ਇੱਥੇ ਇਸ ਲਈ ਬੁਲਾਇਆ ਹੈ ਕਿ ਤੁਸੀਂ ਗਰਭਪਾਤ ਕਰਵਾ ਦਿਓ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਤੁਸੀਂ ਇਹ ਸਭ ਕੀ ਕਹਿ ਰਹੇ ਹੋ? ਮੈਂ ਡਾਕਟਰ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਇਹ ਪਾਪ ਕਦੇ ਨਹੀਂ ਕਰਾਂਗੀ। ਮੈਂ ਉਸ ਨੂੰ ਬਹੁਤ ਸਖਤੀ ਨਾਲ ਕਿਹਾ ਅਤੇ ਉੱਥੋਂ ਬਾਹਰ ਆ ਗਈ। ਜਦੋਂ ਕਿ ਉਹ ਕਹਿੰਦਾ ਰਿਹਾ ਕਿ ਮੈਂ ਇਹ ਤੁਹਾਡੇ ਭਲੇ ਲਈ ਕਹਿ ਰਿਹਾ ਹਾਂ, ਮੈਂ ਘਰ ਆ ਗਈ ਤੇ ਬਹੁਤ ਰੋਈ। ਮੈਂ ਉਮੇਸ਼ ਨੂੰ ਵੀ ਇਸ ਬਾਰੇ ਨਹੀਂ ਦੱਸ ਸਕਦੀ ਸੀ। ਫਿਰ ਮੈਂ ਮੰਮੀ ਕੋਲ ਇਸ ਬਾਰੇ ਗੱਲ ਕੀਤੀ ਤਾਂ ਉਹ ਪਰੇਸ਼ਾਨ ਹੋ ਗਈ ਅਤੇ ਮੈਨੂੰ ਕਿਹਾ ਕਿ ਮੈਂ ਬਿਨਾਂ ਕਿਸੇ ਨੂੰ ਦੱਸੇ ਇਸ ਬੱਚੇ ਦਾ ਗਰਭਪਾਤ ਕਰਵਾ ਦੇਵਾਂਗੀ, ਨਹੀਂ ਤਾਂ ਤੁਹਾਨੂੰ ਬਹੁਤ ਪਛਤਾਉਣਾ ਪਵੇਗਾ। ਮੰਮੀ ਨੇ ਸਮਝਾਇਆ, ਇਸ ਲਈ ਮੈਂ ਤੁਹਾਡੇ ਭਲੇ ਲਈ ਕਹਿ ਰਹੀ ਹਾਂ, ਇਸ ਬੱਚੇ ਨੂੰ ਛੱਡ ਦਿਓ। ਮੈਂ ਨਹੀਂ ਚਾਹੁੰਦੀ ਕਿ ਤੁਸੀਂ ਵੀ ਮੇਰੀ ਤਰ੍ਹਾਂ ਆਪਣੇ ਬੱਚੇ ਨੂੰ ਖੋ ਦਿਓ। ਮੇਰੀ ਮਾਂ ਤੋਂ ਇਹ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਾ। ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਮਾਰ ਸਕਦੇ ਹੋ ਤਾਂ ਉਹ ਪਰੇਸ਼ਾਨ ਹੋ ਗਈ ਅਤੇ ਬੋਲੀ, ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਮਾਂ ਆਪਣੇ ਬੱਚੇ ਨੂੰ ਕਿਵੇਂ ਮਾਰ ਸਕਦੀ ਹੈ? ਫਿਰ ਉਹ ਇੱਕਦਮ ਚੁੱਪ ਹੋ ਗਈ। ਉਹਨਾਂ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਸੀ। ਮੈਂ ਵੀ ਇੱਕ ਮਾਂ ਸੀ ਅਤੇ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਮਾਰ ਸਕਦੀ ਸੀ? ਮੈਨੂੰ ਰੱਬ ਦੇ ਭਰੋਸਾ ਸੀ ਕਿ ਮੇਰੀ ਮਾਂ ਦੇ ਬੱਚਿਆਂ ਨਾਲ ਜੋ ਹੋਇਆ ਉਹ ਉਹਨਾਂ ਦੀ ਕਿਸਮਤ ਸੀ। ਜੋ ਮੇਰੇ ਹੋਣ ਵਾਲੇ ਬੱਚੇ ਦੀ ਕਿਸਮਤ ਵਿੱਚ ਜ਼ਿੰਦਗੀ ਲਿਖੀ ਹੋਈ ਹੈ ਤਾਂ ਉਹ ਜ਼ਰੂਰ ਇਸ ਸੰਸਾਰ ਵਿੱਚ ਆਵੇਗਾ ਅਤੇ ਬਚ ਜਾਵੇਗਾ। ਮੈਂ ਦਿਨ ਰਾਤ ਵਾਹਿਗੁਰੂ ਅੱਗੇ ਅਰਦਾਸ ਕਰਦੀ ਸੀ। ਮੈਂ ਹਮੇਸ਼ਾ ਆਪਣੇ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰਦੀ ਸੀ ਅਤੇ ਹੁਣ ਮੈਂ ਸਭ ਕੁਝ ਰੱਬ ਉੱਤੇ ਛੱਡ ਦਿੱਤਾ। ਮੈਂ ਉਮੇਸ਼ ਨੂੰ ਵੀ ਸਾਰੀ ਗੱਲ ਦੱਸ ਦਿੱਤੀ। ਉਹ ਵੀ ਚੁੱਪ ਹੋ ਗਏ ਸਨ। ਮੈਂ ਡਾਕਟਰ ਕੋਲ ਜਾਣਾ ਵੀ ਬੰਦ ਕਰ ਦਿੱਤਾ ਅਤੇ ਕੋਈ ਅਲਟਰਾਸਾਊਂਡ ਨਹੀਂ ਕਰਵਾਇਆ। ਮੈਨੂੰ ਸਿਰਫ ਰੱਬ ਵਿੱਚ ਵਿਸ਼ਵਾਸ ਸੀ। ਹਰ ਕੋਈ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦਾ ਸੀ। ਜਦੋਂ ਮੈਂ 9 ਮਹੀਨਿਆਂ ਬਾਅਦ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਮੇਰਾ ਵਿਸ਼ਵਾਸ ਜਿੱਤ ਗਿਆ ਸੀ। ਮੇਰਾ ਬੱਚਾ ਬਿਲਕੁਲ ਠੀਕ ਸੀ। ਡਾਕਟਰ ਪ੍ਰਭਾਕਰ ਨੇ ਰਿਪੋਰਟ ਦੇਖੀ ਅਤੇ ਉਹ ਬਹੁਤ ਖੁਸ਼ ਹੋਏ। ਇਹ ਇੱਕ ਚਮਤਕਾਰ ਸੀ। ਪਰਮਾਤਮਾ ਦੀ ਕਿਰਪਾ ਨਾਲ ਤੁਹਾਡਾ ਬੱਚਾ ਬਿਲਕੁਲ ਠੀਕ ਹੈ ਅਤੇ ਮੈਂ ਆਪਣੇ ਪਰਮਾਤਮਾ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਸ ਨੇ ਮੈਨੂੰ ਨਿਰਾਸ਼ ਨਹੀਂ ਕੀਤਾ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ